ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਦੀ ਬਖਸ਼ਿਸ਼ ਅਨੁਸਾਰ ਅੱਜ ਆਪਾਂ ਇੱਕ ਸ਼ਬਦ ਵਿਚਾਰ ਕਰਦੇ ਹਾਂ, ਉਹ ਹੈ ਦੁਬਿਧਾ। ਦੁਬਿਧਾ ਕੀ ਹੁੰਦੀ ਹੈ? ਅਸਲ ਦੇ ਵਿੱਚ ਦੁਬਿਧਾ ਇੱਕ ਐਸਾ ਖਿਆਲ ਹੁੰਦਾ ਹੈ ਜਿਹੜਾ ਸਾਨੂੰ ਕਿਸੇ ਮੰਜ਼ਿਲ 'ਤੇ, ਕਿਸੇ ਨਿਸ਼ਾਨੇ ਦੇ ਉੱਤੇ ਜਾਂ ਕਿਸੇ ਟੀਚੇ 'ਤੇ ਪਹੁੰਚਣ ਨਹੀਂ ਦਿੰਦਾ। ਅਸੀਂ ਕਈ ਵਾਰੀ ਇੱਕ ਚੰਗੇ ਕੰਮ ਦਾ ਖਿਆਲ ਕਰਦੇ ਹਾਂ, ਪਰ ਉਹਦੇ ਨਾਲ ਹੀ ਦੂਜਾ ਮਨ ਖੜਾ ਹੋ ਜਾਂਦਾ ਹੈ ਕਿ ਇਸ ਦਾ ਕਰਨ ਦਾ ਕੀ ਫਾਇਦਾ ਹੈ। ਜਿਵੇਂ ਕੋਈ ਇਨਸਾਨ ਕਹੇ ਕਿ ਅੱਜ ਮੈਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਹੈ, ਅਤੇ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਆਏਗਾ ਤਾਂ ਦੂਜਾ ਮਨ ਹਾਵੀ ਹੋ ਜਾਏਗਾ ਅਤੇ ਉਹ ਉਸ ਨੂੰ ਉੱਠਣ ਨਹੀਂ ਦੇਵੇਗਾ। ਇਸੇ ਤਰ੍ਹਾਂ ਜੇ ਅਸੀਂ ਕੁਛ ਦਾਨ ਕਰਨ ਬਾਰੇ ਸੋਚਦੇ ਹਾਂ, ਕੋਈ ਪੂਜਾ ਕਰਨ ਬਾਰੇ ਸੋਚਦੇ ਹਾਂ, ਕੋਈ ਵੀ ਕੰਮ ਕਰਨ ਬਾਰੇ ਸੋਚਦੇ ਹਾਂ, ਇਹ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਵਿਕਾਰ ਹੈ। ਵਿਕਾਰ ਸਾਡੇ ਵਿੱਚ ਕਦੋਂ ਪੈਦਾ ਹੁੰਦੇ ਨੇ? ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਭਾਈ ਤੇਰੇ ਅੰਦਰ ਵਿਕਾਰ ਉਦੋਂ ਪੈਦਾ ਹੁੰਦੇ ਨੇ ਜਦੋਂ ਤੂੰ ਵਾਹਿਗੁਰੂ ਦੇ ਚਰਨ ਨੇ ਜਿਹੜੇ ਉਪਦੇਸ਼, ਗੁਰਬਾਣੀ ਦਾ ਉਪਦੇਸ਼ ਵਿਸਾਰ ਦਿੰਦਾ। ਇਸੇ ਕਰਕੇ ਵਾਰ-ਵਾਰ ਸਾਨੂੰ ਬਾਣੀ ਵਿੱਚ ਯਾਦ ਕਰਾਇਆ ਜਾਂਦਾ ਅੰਮ੍ਰਿਤ ਵੇਲੇ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸਦਾ ਹਰ ਨਾਲ ਰਹੋ ਤੂੰ ਮਨ ਮੇਰੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਪਰ ਜਿਵੇਂ ਜਿਵੇਂ ਜੇ ਤਾਂ ਤੂੰ ਪਰਮਾਤਮਾ ਦੇ ਨਾਲ ਲੱਗ ਕੇ ਰਹੇਗਾ ਤਾਂ ਦੁੱਖ ਤੈਨੂੰ ਛੱਡ ਕੇ ਚਲੇ ਜਾਣਗੇ, ਪਰ ਜੇ ਤੂੰ ਪਰਮਾਤਮਾ ਤੋਂ ਦੂਰ ਜਾਏਗਾ ਫਿਰ ਦੁੱਖ ਤੈਨੂੰ ਆ ਕੇ ਲੱਗ ਜਾਣਗੇ। ਬਸ ਆਹੀ ਹੀ ਇੱਕ ਫਰਕ ਆ। ਜੇ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਦੇ ਗੁਰਬਾਣੀ ਦੇ ਨੇੜੇ ਰਹੇਗਾ ਭਾਈ, ਦੁੱਖ ਤੈਨੂੰ ਛੱਡ ਕੇ ਚਲੇ ਜਾਣਗੇ, ਪਰ ਜੇ ਤੂੰ ਦੂਰ ਜਾਏਗਾ ਦੁੱਖ ਤੈਨੂੰ ਆ ਕੇ ਲੱਗ ਜਾਣਗੇ। ਜਿਵੇਂ ਕਿ ਮਹਾਰਾਜ ਨੇ ਦੱਸਿਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਦਾ ਮਤਲਬ ਆਪਦੇ ਗਲ ਨਾਲ ਲਾ ਲੈਣਾ, ਅੰਗੀਕਾਰ ਦਾ ਮਤਲਬ ਆਪਦੀ ਹਿੱਕ ਨਾਲ ਲਾ ਲੈਣਾ, ਆਪਦਾ ਆਪਣਾ ਬਣਾ ਲੈਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਤੇਰੀ ਜ਼ਿੰਦਗੀ ਦੇ ਕਾਰਜ ਨੂੰ ਸਵਾਰਨਾ ਅੰਗੀਕਾਰ ਕਰ ਲੇਗਾ। ਉਹ ਤੈਨੂੰ ਐਕਸੈਪਟ ਕਰ ਲੇਗਾ, ਲੈ ਵੀ ਮੈਂ ਇਸ ਇਨਸਾਨ ਦੇ ਉੱਤੇ ਆਹ ਕੰਮ ਕਰਨਾ ਹੈ, ਮੈਂ ਇਸ ਦੇ ਜੀਵਨ ਨੂੰ ਸਵਾਰਨਾ ਹੈ। ਪਰ ਇਹ ਕਦੋਂ ਹੋਏਗਾ? ਮਹਾਰਾਜ ਕਹਿੰਦੇ ਜਦੋਂ ਮਨ ਗੁਰੂ ਦੇ ਨਾਲ ਰਹੇਗਾ, ਪਰਮਾਤਮਾ ਦੇ ਨਾਲ ਰਹੇਗਾ। ਪਰ ਮਹਾਰਾਜ ਆਹ ਜਿਹੜੀ ਦੁਬਿਧਾ ਆ, ਇਹ ਬਿਮਾਰੀ ਕਦੋਂ ਸਾਨੂੰ ਲੱਗਦੀ ਆ? ਉਹ ਕਹਿੰਦੇ ਭਾਈ ਦੂਜਾ ਭਾਉ ਨਾ ਦੇਈ ਲਿਵ ਲਾਗਣ। ਦੂਜਾ ਭਾਉ ਭਾਵ ਦੁਬਿਧਾ, ਦੂਜਾ ਭਾਉ ਹੋ ਗਿਆ ਦੁਬਿਧਾ। ਜਦੋਂ ਮਨ ਸਾਡਾ ਡੈਲੀਮਾ ਦੇ ਵਿੱਚ ਹੋਵੇ, ਜਦੋਂ ਮਨ ਸਾਡਾ ਡਬਲ ਮਾਈਂਡਡ ਹੋਵੇ, ਜਦੋਂ ਮਨ ਸਾਡਾ ਦੁਚਿੱਤੀ ਦੇ ਵਿੱਚ ਹੋਵੇ, ਜਦੋਂ ਸਾਡਾ ਮਨ ਉਲਝਣ ਦੇ ਵਿੱਚ ਹੋਵੇ, ਉਦੋਂ ਮਹਾਰਾਜ ਕਹਿੰਦੇ ਕਦੋਂ ਲੱਗਦਾ ਇਹ ਬਿਮਾਰੀ? ਕਦੋਂ ਲੱਗਦੀ ਹੈ ਭਾਈ ਤੈਨੂੰ? ਦੂਜਾ ਭਾਉ ਨਾ ਦੇਈ ਲਿਵ ਲੱਗਣ, ਜਿਨ ਹਰ ਕੇ ਚਰਨ ਵਿਸਾਰੇ। ਜਦੋਂ ਤੂੰ ਪਰਮਾਤਮਾ ਨੂੰ ਭੁੱਲਦਾ ਜਾਂਦਾ ਆ, ਜਦੋਂ ਤੂੰ ਗੁਰਬਾਣੀ ਦੇ ਉਪਦੇਸ਼ ਨੂੰ ਭੁੱਲਦਾ ਜਾਂਦਾ ਆ ਭਾਈ, ਉਦੋਂ ਤੈਨੂੰ ਇਹ ਬਿਮਾਰੀ ਲੱਗ ਜਾਂਦੀ ਆ। ਉਹ ਬਿਮਾਰੀ ਆ ਜਿਹੜੀ ਭਾਈ ਤੈਨੂੰ ਇਹ ਪਰਮਾਤਮਾ ਦੇ ਨਾਲ ਤੇਰੀ ਲਿਵ ਲੱਗਣ ਨਹੀਂ ਦਿੰਦੀ। ਪਰ ਮਹਾਰਾਜ ਜੀ ਫਿਰ ਤੁਸੀਂ ਸਾਨੂੰ ਕੁਛ ਦੱਸੋ ਵੀ ਇਹ ਜਿਹੜੀ ਹੁਣ ਸਾਨੂੰ ਬਿਮਾਰੀ ਲੱਗੀ ਹੋਈ ਆ, ਇਹਦਾ ਕੋਈ ਇਲਾਜ ਦੱਸ ਦਿਓ ਮਹਾਰਾਜ ਜੀ ਸਾਨੂੰ। ਉਹ ਕਹਿੰਦੇ ਠੀਕ ਭਾਈ ਤੁਸੀਂ ਸੁਣੋ ਫਿਰ ਇਲਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਖੂਬਸੂਰਤ ਤਰੀਕੇ ਨਾਲ ਸਮਝਾਉਣਾ ਕੀਤਾ ਕਿ ਭਾਈ ਇਹਦਾ ਇੱਕੋ ਹੀ ਇੱਕ ਇਲਾਜ ਆ। ਇਹ ਜਿਹੜੀ ਦੁਬਿਧਾ ਨਾ, ਇਹਦਾ ਇੱਕੋ ਹੀ ਇੱਕ ਇਲਾਜ ਆ। ਪਹਿਲੀ ਗੱਲ ਤਾਂ ਤੂੰ ਸਾਰਿਆਂ ਦੇ ਨਾਲ ਨਾ ਇਕੱਤਰ ਹੋ ਕੇ ਰਿਹਾ ਕਰ, ਮਿਲ ਕੇ ਰਿਹਾ ਕਰ, ਇਕੱਠ ਦੇ ਵਿੱਚ ਰਿਹਾ ਕਰ। ਹੋਏ ਇਕੱਤਰ ਮਿਲਹੋ ਮੇਰੇ ਭਾਈ, ਇਕੱਤਰ ਹੋ ਕੇ ਮਿਲ ਕੇ। ਪਰ ਮਹਾਰਾਜ ਜੀ ਸਾਡੇ ਉੱਤੇ ਤੇ ਹੁਣ ਕਲਯੁਗ ਦਾ, ਇਹ ਵੈਸਟਰਨ ਕਲਚਰ ਦਾ ਕੁਛ ਇੰਨਾ ਕੁ ਜ਼ਿਆਦਾ ਪ੍ਰਭਾਵ ਪਿਆ ਹੋਇਆ ਕਿ ਅਸੀਂ ਤੇ ਹੁਣ ਕਿਸੇ ਦੇ ਨਾਲ ਬਿਲਕੁਲ ਹੀ ਰਲ ਕੇ ਰਹਿਣਾ ਬੈਠਣਾ ਭੁੱਲ ਹੀ ਜਾਂਦੇ ਹਾਂ। ਅਸੀਂ ਤੇ ਇਹ ਕਹਿਣ ਲੱਗ ਗਏ ਹਾਂ ਹੁਣ ਆਈ ਡੋਂਟ ਕੇਅਰ ਹੂ ਕੇਅਰਜ਼। ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਹੈਗੇ। ਭਾਈ ਇਹ ਗੱਲ ਤੈਨੂੰ ਸਮਝਣੀ ਪਊਗੀ। ਮੈਂ ਤੈਨੂੰ ਇਸ ਤਰ੍ਹਾਂ ਨਾਲ ਨਹੀਂ ਤੀ ਸਮਝਾਇਆ ਮੇਰੇ ਵੀਰ, ਮੈਂ ਤੈਨੂੰ ਰਲ ਕੇ ਰਹਿਣਾ ਸਮਝਾਇਆ ਸੀਗਾ। ਜੇ ਤੂੰ ਇੱਦਾਂ ਰਹਿਣਾ ਆ ਤਾਂ ਭਾਈ ਤੈਨੂੰ ਇਹ ਬਿਮਾਰੀ ਲੱਗੀ ਰਹੇਗੀ। ਪਰ ਮਹਾਰਾਜ ਨੇ ਸਾਨੂੰ ਕੀ ਦੱਸਿਆ? ਹੋਏ ਇਕੱਤਰ, ਇਕੱਤਰ ਹੋ ਕੇ ਇੱਕ ਦੂਜੇ ਨਾਲ ਨਾ ਦਿਲ ਦੀ ਗੱਲ ਕਰਿਆ ਕਰ ਤਾਂ ਕਿ ਤੇਰੇ ਮਨ ਦੇ ਵਿੱਚੋਂ ਭਾਰ ਹਲਕਾ ਹੋਵੇ। ਜਿਵੇਂ ਜਿਵੇਂ ਤੇਰੇ ਮਨ ਤੋਂ ਭਾਰ ਹਲਕਾ ਹੁੰਦਾ ਜਾਏਗਾ ਮੇਰੇ ਵੀਰ, ਉਵੇਂ ਉਵੇਂ ਤੇਰੀ ਦੁਬਿਧਾ ਦੂਰ ਹੁੰਦੀ ਜਾਏਗੀ। ਹੋਏ ਇਕੱਤਰ
ਮਿਲੋ ਮੇਰੇ ਭਾਈ ਮੇਰੇ ਵੀਰ ਮੇਰੇ ਪਿਆਰੇ, ਇਹ ਇਕੱਤਰ ਹੋ ਕੇ ਮਿਲ ਕੇ ਬੈਠੋ। ਹੋਏ ਇਕੱਤਰ ਮਿਲੋ ਮੇਰੇ ਭਾਈ। ਦੁਬਿਧਾ ਹੁੰਦੀ ਆ ਦੋ ਚਿੱਤੀ, ਦੁਬਿਧਾ ਹੁੰਦੀ ਆ ਉਹ ਬਿਰਤੀ ਜਿਹੜੀ ਸਾਨੂੰ ਕਿਸੇ ਮੰਜ਼ਿਲ 'ਤੇ ਪਹੁੰਚਣ ਨਹੀਂ ਦਿੰਦੀ। ਦੁਬਿਧਾ ਹੁੰਦੀ ਆ ਉਹ ਸਟੈਪ ਜਿਹੜਾ ਅਸੀਂ ਅੱਗੇ ਨੂੰ ਪੁੱਟਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਪਿੱਛੇ ਨੂੰ ਪੁੱਟ ਲੈਂਦੇ ਹਾਂ। ਇਹਦਾ ਭਾਵ ਅਸੀਂ ਇੱਕੋ ਥਾਂ 'ਤੇ ਖੜ੍ਹੇ ਹਾਂ। ਹੋਏ ਇਕੱਤਰ, ਡਿਸੀਜ਼ਨ ਨਾ ਬਣਾਉਣ ਦੀ ਬਿਰਤੀ, ਡਿਸਾਈਸਿਵਨੈਸ ਨਾ ਹੋਣ ਦੀ ਬਿਰਤੀ, ਨਿਰਜਾਸ ਕਰਨ ਦੀ ਨਾ ਬਿਰਤੀ। ਮਹਾਰਾਜ ਕਹਿੰਦੇ ਨੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ, ਦੁਬਿਧਾ ਦੂਰ ਕਰੋ। ਫਿਰ ਕੀ ਹੋਏਗੀ? ਦੁਬਿਧਾ ਤੋਂ ਬਾਅਦ ਭਾਈ ਲਿਵ ਲਾਏ, ਲਿਵ ਲੱਗੇਗੀ। ਲਿਵ ਲਗਾ ਕੇ ਹੀ ਤੁਹਾਡੀ ਦੁਬਿਧਾ ਦੂਰ ਹੋਏਗੀ। ਮਹਾਰਾਜ ਕਹਿੰਦੇ ਨੇ ਕਿ ਹਰ ਨਾਮੇ ਕੇ ਹੋਵੋ ਜੋੜੀ। ਜੋੜੀ ਦਾ ਮਤਲਬ ਹੁੰਦਾ ਜੋਟੀਦਾਰ, ਜੋੜੀ ਦਾ ਮਤਲਬ ਹੁੰਦਾ ਮਿੱਤਰ, ਜੋੜੀ ਦਾ ਮਤਲਬ ਹੁੰਦਾ ਪੱਕੇ ਮਿੱਤਰ ਹੋਣਾ, ਕਿ ਪਰਮਾਤਮਾ ਦੇ ਨਾਮ ਦੇ ਨਾਲ ਮਿੱਤਰਤਾ ਪਾਓ ਭਾਈ। ਗੁਰਮੁਖ ਬੈਸੋ ਸਫਾ ਵਿਛਾਏ, ਥੱਲੇ ਚਾਦਰ ਵਿਛਾ ਕੇ ਬੈਠੋ। ਨਿਤਨੇਮ ਕਰਨਾ, ਬਾਣੀ ਪੜ੍ਹਨੀਆਂ, ਸੰਗਤ ਕਰਨੀਆਂ, ਥੱਲੇ ਸਫਾ ਵਿਛਾ ਕੇ ਬੈਠੋ। ਭਾਵ ਕਿ ਚਾਦਰ ਕੋਈ ਗਲੀਚਾ ਵਿਛਾ ਕੇ ਬੈਠੋ, ਨੀਚੇ ਬੈਠ ਕੇ ਗੱਲ ਕਰੋ। ਗੁਰੂ ਮਹਾਰਾਜ ਜੀ ਨੂੰ ਉੱਪਰ ਰੱਖੋ। ਇਨ ਬਿਦ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ, ਇਨ ਬਿਦ ਪਾਸਾ ਢਾਲੋ ਵੀਰ। ਕੋਈ ਇੱਦਾਂ ਦਾ ਗੁਰੂ ਹੈਗਾ ਜਿਹੜਾ ਤੁਹਾਨੂੰ ਭਰਾ ਕਹੇ? ਕੋਈ ਇੱਦਾਂ ਦਾ ਗੁਰੂ ਹੈਗਾ ਜਿਹੜਾ ਸਾਨੂੰ ਵੀਰ ਕਹੇ? ਕੋਈ ਇੱਦਾਂ ਦਾ ਗੁਰੂ ਹੈਗਾ ਜਿਹੜਾ ਸਾਨੂੰ ਆਪਣਾ ਕਹੇ, ਜਿਹੜਾ ਸਾਨੂੰ ਹਿਰਦੇ ਨਾਲ ਜੋਟੀਦਾਰ ਬਣਾਵੇ, ਜਿਹੜਾ ਸਾਨੂੰ ਜੋੜੀਦਾਰ ਬਣਾਵੇ? ਹੈ ਨਾ, ਕੌਣ ਆ? ਤੁਸੀਂ ਸੋਚ ਕੇ ਦੇਖੋ ਆਲੇ ਦੁਆਲੇ। ਹਰੇਕ ਕਹਿੰਦਾ ਮੈਂ ਗੁਰੂ ਹਾਂ, ਤੁਸੀਂ ਚੇਲੇ ਹੋ, ਮੈਂ ਵੱਡਾ, ਤੁਸੀਂ ਛੋਟੇ ਹੋ। ਪਰ ਨਹੀਂ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਭਾਈ, ਤੁਸੀਂ ਮੇਰੇ ਵੀਰ ਹੋ, ਤੁਸੀਂ ਮੇਰੇ ਭਾਈ ਹੋ, ਤੁਸੀਂ ਮੇਰੇ ਜੋੜੀਦਾਰ ਹੋ, ਤੁਸੀਂ ਮੇਰੇ ਜੋਟੀਦਾਰ ਹੋ, ਤੁਸੀਂ ਮੇਰੇ ਪਿਆਰੇ ਮਿੱਤਰ ਹੋ। ਇੱਦਾਂ ਦਾ ਗੁਰੂ ਕਿਤੇ ਨਹੀਂ ਲੱਭਣਾ ਹੈਗਾ। ਇਨ ਵਿਦ ਪਾਸਾ ਢਾਲੋ ਵੀਰ। ਇਸ ਤਰੀਕੇ ਦੇ ਨਾਲ ਦੁਨੀਆ ਵਾਲੇ ਪਾਸਿਓਂ ਆਪਦਾ ਚਿੱਤ ਢਾਲ ਕੇ ਪਰਮਾਤਮਾ ਵਾਲੇ ਪਾਸੇ ਨੂੰ ਲਗਾਉਣਾ ਕਰੋ। ਜੇਕਰ ਤੁਸੀਂ ਇੱਦਾਂ ਕਰੋਗੇ ਨਾ ਤਾਂ ਤੁਹਾਡਾ ਮਨ ਸਟਰੋਂਗ ਹੁੰਦਾ ਜਾਏਗਾ, ਤੁਹਾਡਾ ਮਨ ਜੇਤੂ ਹੁੰਦਾ ਜਾਏਗਾ। ਜਿਵੇਂ ਜਿਵੇਂ ਤੁਹਾਡਾ ਮਨ ਜੇਤੂ ਹੁੰਦਾ ਜਾਏਗਾ ਤਾਂ ਤੁਸੀਂ ਆਪਣੇ ਮਨ ਨੂੰ ਜਿੱਤ ਲਓਗੇ। ਜਿੱਤੇ ਹੋਏ ਮਨ ਦੇ ਨਾਲ ਹੀ ਤੁਸੀਂ ਜੱਗ ਨੂੰ ਜਿੱਤੋਗੇ। ਗੁਰਮੁਖ ਨਾਮ ਜਪੋ ਦਿਨ ਰਾਤੀ। ਫਿਰ ਇੱਦਾਂ ਇਕੱਠੇ ਹੋ ਕੇ ਸਫਾ ਵਸਾ ਕੇ ਨਾਮ ਜਪੋ। ਵਾਹਿਗੁਰੂ ਦਾ ਨਾਮ ਜਪਣਾ ਕਰੋ, ਧਿਆਉਣਾ ਕਰੋ, ਵਿਚਾਰਨਾ ਕਰੋ, ਹਿਰਦੇ ਵਿੱਚ ਪ੍ਰੈਕਟੀਕਲ ਤੌਰ 'ਤੇ ਲਿਆਉਣਾ ਕਰੋ। ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੈ ਪੀਰ। ਜਿਹਦੇ ਕਰਕੇ ਤੁਹਾਨੂੰ ਇਹ ਪੀੜ ਆ ਜਿਹੜੀ ਦੁਬਿਧਾ ਦੀ ਪੀੜ, ਜਮ ਦੀ ਪੀੜ, ਕਾਲ ਦੀ ਪੀੜ, ਸਮੇਂ ਦੀ ਪੀੜ ਨਹੀਂ ਲੱਗੇਗੀ। ਕਰਮ ਧਰਮ ਤੁਮ ਚੌਪੜ ਸਾਜੋ। ਚੌਪੜ ਹੁੰਦੀ ਆ ਸ਼ਤਰੰਜ। ਸ਼ਤਰੰਜ ਇੱਕ ਉਹ ਗੇਮ ਆ ਜਿਹੜੀ ਸਾਡੇ ਬ੍ਰੇਨ ਨੂੰ ਬਹੁਤ ਤੇਜ਼ ਕਰਦੀ ਆ, ਜਿਹੜੀ ਸਾਡੇ ਬ੍ਰੇਨ ਨੂੰ ਬਹੁਤ ਫੋਕਸ ਕਰਦੀ ਆ, ਜਿਹੜੀ ਸਾਡੇ ਧਿਆਨ ਨੂੰ ਕੌਨਸਨਟਰੇਟ ਕਰਦੀ ਆ, ਜਿਹੜੀ ਸਾਡੇ ਧਿਆਨ ਨੂੰ ਖਿੱਚਦੀ ਆ। ਸੋ ਮਹਾਰਾਜ ਕਹਿੰਦੇ ਨੇ ਭਾਈ ਤੁਸੀਂ ਵੀ ਇੱਕ ਸ਼ਤਰੰਜ ਖੇਡੋ। ਮੈਂ ਤੁਹਾਨੂੰ ਸ਼ਤਰੰਜ ਖੇਡਣ ਦੀ ਜਾਚ ਸਿਖਾਉਣਾ ਆ। ਬੜੀ ਪਿਆਰੀ ਗੇਮ ਆ, ਬੜੀ ਇੰਟਰਸਟਿੰਗ ਗੇਮ ਆ, ਅਤੇ ਇਹ ਪੇਸ਼ੈਂਸ ਦੀ ਗੇਮ ਆ। ਕਰਮ ਧਰਮ, ਤੁਸੀਂ ਆਪਦੇ ਕਰਮਾਂ ਦਾ ਅਤੇ ਪੁੰਨਾਂ ਦਾ, ਧਰਮ ਦਾ ਨਿਸ਼ਕਾਮ ਹੋ ਕੇ ਕਰੋ। ਜਿਹੜੇ ਵੀ ਕਰਮ ਖੇਡਣੇ ਨੇ ਨਾ, ਕਰਮ ਕਰਨੇ ਨੇ ਭਾਈ, ਉਹ ਨਿਸ਼ਕਾਮ ਕਰਮ ਕਰਨੇ ਨੇ। ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ। ਉਹਦੇ ਵਿੱਚ ਸਤ ਸੰਤੋਖ ਨੂੰ ਭਾਈ ਤੁਸੀਂ ਸਾਰੀ ਕਰੋ। ਸਾਰੀ ਹੁੰਦੀ ਆ ਨਰਦ, ਸਾਰੀ ਹੁੰਦੇ ਨੇ ਉਹ ਮੋਹਰੇ ਜਿਹਦੇ ਨਾਲ ਅਸੀਂ ਉਹ ਗੇਮ ਖੇਡਦੇ ਹਾਂ। ਇੱਦਾਂ ਤੁਸੀਂ ਭਾਈ ਕਾਮ ਕ੍ਰੋਧ ਲੋਭ ਮੋਹ ਜੀਤੋ। ਇਹਨਾਂ ਨੂੰ ਪਹਿਲਾਂ ਜਿੱਤੋ ਗੇਮ ਦੇ ਵਿੱਚ। ਕਾਹਦੀ ਗੇਮ ਦੇ ਨਾਲ ਜਿੱਤੀ ਹੈ ਮਹਾਰਾਜ ਜੀ? ਨਿਸ਼ਕਾਮ ਕਰਮਾਂ ਦੀ। ਜਿਵੇਂ ਜਿਵੇਂ ਤੁਸੀਂ ਨਿਸ਼ਕਾਮ ਕਰਮ ਕਰਦੇ ਜਾਓਗੇ ਉਵੇਂ ਉਵੇਂ ਇਹ ਬੰਦੇ ਹਾਰਦੇ ਜਾਣਗੇ। ਕਾਮ ਹਾਰ ਜਾਏਗਾ, ਕ੍ਰੋਧ ਹਾਰ ਜਾਏਗਾ, ਲੋਭ ਮੋਹ ਹੰਕਾਰ ਹਾਰ ਜਾਏਗਾ। ਪਰ ਜਿੱਥੇ ਕ੍ਰੋਧ ਆ ਉਹ ਸ਼ਾਂਤੀ ਬਣ ਜਾਏਗਾ, ਕਾਮ ਆ ਜਿਹੜਾ ਉਹ ਪਰਮਾਤਮਾ ਵੱਲ ਨੂੰ ਜੁੜ ਜਾਏਗਾ, ਲੋਭ ਆ ਉਹ ਭਾਈ ਸੰਤੋਖ ਬਣ ਜਾਏਗਾ, ਮੋਹ ਆ ਜਿਹੜਾ ਉਹ ਵਿਵੇਕ ਬਣ ਜਾਏਗਾ। ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ
ਇੱਦਾਂ ਦੀ ਗੇਲ ਖੇਡੋ ਗੁਰੂ ਤੋਂ ਮੱਤ ਲੈ ਕੇ। ਜਿਹੜੀ ਗੁਰੂ ਨੂੰ ਪਿਆਰੀ ਲੱਗਦੀ ਆ ਖੇਡ, ਉਹ ਖੇਡ ਖੇਡੋ। ਉੱਠੇ ਇਸ਼ਨਾਨ ਕਰੋ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠ ਕੇ ਭਾਈ ਪਰਮਾਤਮਾ ਦਾ ਨਾਮ ਜਪਣਾ ਕਰੋ। ਸੋਏ ਹਰ ਆਰਾਧੇ, ਅਤੇ ਸ਼ਾਮ ਨੂੰ ਪੈਣ ਲੱਗੇ, ਸੌਣ ਲੱਗੇ, ਕੀਰਤਨ ਸੋਹਲਾ ਕਰਕੇ ਸੌਣ ਲੱਗੇ ਬਸ ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ ਕਰਦੇ ਸੌਣਾ ਆ। ਦੇਖਣਾ ਕਿ ਅੰਮ੍ਰਿਤ ਵੇਲੇ ਉੱਠਣ ਦਾ ਕਿੰਨਾ ਚਾਅ ਹੋਏਗਾ। ਇਸ ਤਰੀਕੇ ਦੇ ਨਾਲ ਭਾਈ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ। ਦਾਓ ਹੁੰਦੇ ਨੇ ਸਮੇਂ, ਵਿਖੜੇ ਹੁੰਦੇ ਨੇ ਔਖੇ। ਔਖੇ ਸਮੇਂ ਦੇ ਵਿੱਚੋਂ ਜਿਹੜੀ ਇਹ ਦੁਬਿਧਾ ਦੀ ਬਿਮਾਰੀ ਲੱਗੀ ਹੋਈ ਆ ਤੁਹਾਨੂੰ, ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ। ਸਤਿਗੁਰੂ ਨਾਲ ਹੋ ਕੇ ਭਾਈ ਔਖੇ ਸਮੇਂ ਦੇ ਵਿੱਚੋਂ ਕੱਢ ਲੈਂਦਾ ਹੈ। ਸੁੱਖ ਸਹਿਜ ਸੇਤੀ ਕਰ ਜਾਤੇ। ਜਾਤੇ ਦਾ ਮਤਲਬ ਆ ਜਾਂਦੇ ਨੇ, ਜ਼ਿੰਦਗੀ ਵਿੱਚ ਸ਼ਾਂਤੀ ਆ ਜਾਂਦੀ ਆ, ਸੁੱਖ ਆ ਜਾਂਦਾ, ਅਤੇ ਸਾਰਾ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਭਰਪੂਰ ਹੋ ਜਾਂਦਾ ਹੈ। ਦੁਬਿਧਾ ਦੇ ਬਾਰੇ ਇੱਕ ਸ਼ਬਦ ਸਾਨੂੰ ਮਹਾਰਾਜ ਨੇ ਬੜਾ ਪਿਆਰਾ ਦਿੱਤਾ ਕਿ ਜੋ ਇਸ ਮਾਰੇ ਸੋਈ ਸੂਰਾ। ਭਾਈ ਜਿਹੜਾ ਇਸ ਨੂੰ ਮਾਰ ਲੈਂਦਾ ਦੁਬਿਧਾ ਨੂੰ, ਅਸਲ ਦੇ ਵਿੱਚ ਉਹੀ ਸੂਰਮਾ ਆ। ਜੋ ਇਸ ਮਾਰੇ ਸੋਈ ਪੂਰਾ। ਭਾਈ ਜੋ ਇਸ ਮਾਰੇ ਤਿਸੈ ਵਡਿਆਈ। ਜਿਹਨੇ ਇਹਨੂੰ ਮਾਰ ਲਿਆ ਸਾਰੀ ਵਡਿਆਈ ਉਹਦੀ ਹੋ ਜਾਂਦੀ ਆ। ਜੋ ਇਸ ਮਾਰੇ ਤਿਸਕਾ ਦੁੱਖ ਜਾਈ। ਐਸਾ ਕੋਈ ਜੇ, ਕੋਈ ਹੈਗਾ ਭਾਈ ਤੁਹਾਡੇ ਵਿੱਚੋਂ ਐਸਾ ਕੋਈ ਜੇ। ਜਦੋਂ ਕੋਈ ਸ਼ਬਦ ਉਦੋਂ ਵਰਤਿਆ ਜਾਂਦਾ ਜਦੋਂ ਅਗਲੇ ਨੂੰ ਪਤਾ ਹੋਵੇ, ਮੂਰਲੇ ਨੂੰ, ਵੀ ਇਹਨਾਂ 'ਚ ਦਮ ਨਹੀਂ ਹੈਗਾ। ਐਸਾ ਕੋਈ ਜੇ, ਕੋਈ ਹੈਗਾ ਤੁਹਾਡੇ ਵਿੱਚੋਂ। ਇੱਥੇ ਬੈਠ ਕੇ ਵੱਡੀਆਂ ਵੱਡੀਆਂ ਤੋਂ ਵਿਚਾਰਾਂ ਕਰੀ ਜਾਣਾ, ਕਦੇ ਲੜੀਆ ਲੜਾਈ ਇਹਦੇ ਨਾਲ। ਗੁਰੂਦੇਵ ਜੀ ਮਹਾਰਾਜ ਸਾਨੂੰ ਹੌਸਲਾ ਦਿੰਦੇ, ਐਸਾ ਕੋਈ ਜੇ ਚੈਲੰਜ ਦਿੰਦੇ, ਕੋਈ ਹੈਗਾ ਤੇਰੇ ਵਿੱਚ ਦਮ ਹੈਗਾ ਇਸ ਦੇ ਨਾਲ ਲੜਨ ਦਾ। ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ, ਇਸੈ ਮਾਰੈ ਰਾਜ ਜੋਗ ਕਮਾਵੇ। ਤੂੰ ਜ਼ਿੰਦਗੀ ਵਿੱਚ ਭਾਈ ਰਾਜ ਜੋਗ ਕਮਾ ਕੇ ਜਾਏਗਾ। ਗੁਰੂ ਮਹਾਰਾਜ ਨੇ ਬੜਾ ਪਿਆਰਾ ਸਾਨੂੰ ਸ਼ਬਦ ਦਿੱਤਾ ਕਿ ਜਿਵੇਂ ਜਿਵੇਂ ਤੁਹਾਡੇ ਅੰਦਰੋਂ ਭਾਈ ਇਹ ਦੁਬਿਧਾ ਦੂਰ ਹੁੰਦੀ ਜਾਏਗੀ ਤਾਂ ਉਸ ਵਕਤ ਮਨ ਨੀਵਾਂ ਅਤੇ ਮੱਤ ਉੱਚੀ ਵਾਲੀ ਬਿਰਤੀ ਪੈਦਾ ਹੋਏਗੀ। ਮਨ ਨੀਵਾਂ ਅਤੇ ਮੱਤ ਉੱਚੀ ਦੇ ਵਿੱਚੋਂ ਹੀ ਪਰਉਪਕਾਰ ਪੈਦਾ ਹੋਏਗਾ। ਉਹਦੇ ਵਿੱਚੋਂ ਹੀ ਇਹ ਸ਼ਬਦ ਨਿਕਲਣਗੇ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉਦੋਂ ਇਹ ਅਵਸਥਾ ਬਣੇਗੀ ਜਦੋਂ ਤੁਸੀਂ ਹਰ ਇੱਕ ਨੂੰ ਮਿੱਤਰ ਬਣਾਉਣ ਦੀ ਜੁਗਤ ਸਿੱਖ ਜਾਓਗੇ। ਦੂਰ ਪਰਾਇਓ ਮਨ ਕਾ ਬਿਰਹਾ, ਮੇਲ ਕੀਓ ਮੇਰੇ ਰਾਜਨ। ਅਤੇ ਉਸ ਵਕਤ ਅਸਲੀ ਸਰਬੱਤ ਦੇ ਭਲੇ ਦੀ ਅਰਦਾਸ ਹੋਏਗੀ। ਹੁਣ ਤਾਂ ਅਸੀਂ ਸਰਬੱਤ ਦਾ ਭਲਾ ਸਿਰਫ ਅਰਦਾਸ ਦੇ ਸ਼ਬਦਾਂ ਵਿੱਚ ਹੀ ਮੰਗਦੇ ਹਾਂ, ਫਿਰ ਸੱਚੀ ਮੁੱਚੀ ਪ੍ਰੈਕਟੀਕਲ ਜ਼ਿੰਦਗੀ ਵਿੱਚ ਆਏਗਾ ਜਦੋਂ ਹਿਰਦਾ ਇਹ ਕਹੇਗਾ ਸਭ ਕੋ ਮੀਤ ਹਮ ਆਪਨ ਕੀਨਾ। ਹੁਣ ਮੇਰਾ ਕੋਈ ਵੈਰੀ ਨਹੀਂ ਹੈਗਾ, ਹਮ ਸਭ ਨਾ ਕੇ ਸਾਜਨ। ਮਹਾਰਾਜ ਕਹਿੰਦੇ ਨੇ ਕਿ ਜਦੋਂ ਹੀ ਦੁਬਿਧਾ ਮੁੱਕਦੀ ਆ ਭਾਈ, ਉਹਦਾ ਫਲ ਕੀ ਮਿਲਦਾ? ਵਿਸਰ ਗਈ ਸਭ ਤਾਤ ਪਰਾਈ। ਉਹਦੇ ਨਾਲ ਹੀ ਸਾਡੀ ਈਰਖਾ ਦਵੈਸ਼ ਖਤਮ ਹੁੰਦੀ ਆ। ਜਬ ਤੇ ਸਾਧ ਸੰਗਤ ਮੋਹੇ ਪਾਈ। ਇਹ ਕਿੱਥੋਂ ਪੈਦਾ ਹੋਏਗੀ, ਕਿੱਥੋਂ ਮਿਲੇਗੀ? ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਦੁਬਿਧਾ ਦੂਰ ਕਰੋ ਲਿਵ ਲਾਏ ਦੇ ਨਾਲ ਸਾਨੂੰ ਮਿਲੇਗੀ ਇਹ ਵਡਿਆਈ ਆ ਜਿਹੜੀ ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਹੁਣ ਉਹਦਾ ਫਲ ਕੀ ਮਿਲਿਆ? ਸਾਧ ਸੰਗਤ ਦਾ ਫਲ ਕੀ ਮਿਲਿਆ? ਦੁਬਿਧਾ ਮਿਟੀ, ਅਤੇ ਦੁਬਿਧਾ ਮਿਟਣ ਦੇ ਨਾਲ ਕੀ ਹੋਇਆ? ਨਾ ਕੋ ਵੈਰੀ ਨਹੀਂ ਬੇਗਾਨਾ। ਹੁਣ ਕੋਈ ਮੇਰਾ ਨਹੀਂ, ਕੋਈ ਬੇਗਾਨਾ ਨਹੀਂ ਹੈਗਾ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ। ਬੜਾ ਪਿਆਰਾ ਸ਼ਬਦ, ਬੜਾ ਹੀ ਖੂਬਸੂਰਤ ਸ਼ਬਦ। ਮਹਾਰਾਜ ਨੇ ਜਿੱਦਾਂ ਨਾ ਅੰਮ੍ਰਿਤ ਦਾ ਬਾਟਾ ਸਾਡੇ ਮੂੰਹ ਨੂੰ ਲਾ ਦਿੱਤਾ ਹੋਵੇ। ਕਿੰਨਾ ਖੂਬਸੂਰਤ ਸ਼ਬਦ। ਤੁਸੀਂ ਦੁਨੀਆ ਦਾ ਲਿਟਰੇਚਰ ਪੜ੍ਹੋ, ਜਿੰਨਾ ਮਰਜ਼ੀ ਪੜ੍ਹੋ, ਇਹਦੇ ਨਾਲ ਦਾ ਤੁਹਾਨੂੰ ਸ਼ਬਦ ਨਹੀਂ ਕਿਤੇ ਮਿਲੇਗਾ। ਹਮ ਕਉ ਬਣ ਆਈ, ਬਣ ਆਈ, ਬਣ ਆਈ। ਜਦੋਂ ਸਾਰਾ ਕੁਛ ਸਹਿਜ ਦੇ ਵਿੱਚ ਹੋ ਜਾਂਦਾ ਹੈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਬਣ ਆਈ ਦਾ ਮਤਲਬ ਜਦੋਂ ਸਹਿਜ ਹਿਰਦੇ ਵਿੱਚ ਵਸ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਜੋ ਪ੍ਰਭ ਕੀਨੋ ਸੋ ਭਲ ਕਰ ਮਾਨਿਓ। ਇਹ ਸਮੱਤ ਸਾਧੂ ਤੇ ਪਾਈ। ਗੁਰੂਦੇਵ ਜੀ ਨੇ ਬੜਾ ਪਿਆਰਾ ਸਾਨੂੰ ਅੱਜ ਹੁਕਮ ਦਿੱਤਾ ਹੈ, ਬੜਾ ਪਿਆਰਾ ਸ਼ਬਦ ਦਿੱਤਾ ਹੈ ਦੁਬਿਧਾ ਦੇ ਰੂਪ ਵਿੱਚ ਕਿ ਜਿਵੇਂ ਜਿਵੇਂ ਮੇਰੀ ਸਾਰੀ ਦੁਨੀਆ ਦੇ ਨਾਲ ਮਿੱਤਰਤਾ ਬਣਦੀ ਗਈ ਅਤੇ ਉਸ ਤੋਂ ਬਾਅਦ ਪਹਿਲਾਂ ਜਿਹੜਾ ਇਹ ਸੰਸਾਰ
ਇਨਸਾਨ ਨੂੰ ਜ਼ਹਿਰ ਦਾ ਰੂਪ ਲੱਗਦਾ ਸੀ। ਅੱਖੀਓ ਤੱਕਣਾ ਸਿਫਤ ਤੁਸਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਇਹ ਦੁਨੀਆ ਦੇਖਣ ਵਾਸਤੇ ਆ। ਦੁਨੀਆ ਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੋਈ ਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਦੇਖੋ ਰੱਬੀ ਨੂਰ ਝਲਕਦਾ ਏ, ਫੁੱਟ ਫੁੱਟ ਫੁੱਲ ਫੁੱਲ ਡਾਲੀ ਡਾਲੀ ਤੇ ਹੁਸਨ ਸਹਾਪਣ ਉਸ ਮਾਹੀ ਦਾ। ਰੱਜ ਰੱਜ ਵੇਖੋ ਚੱਕੋ ਨਾ, ਪਰ ਇਸ ਤੱਕ ਵਿੱਚ ਚੇਤਾ ਰੱਖਣਾ। ਪਰ ਇਸ ਤੱਕ ਵਿੱਚ ਜਦੋਂ ਤੁਸੀਂ ਇਹ ਦੇਖਦੀਆਂ ਨਾ, ਇਹ ਗੱਲ ਦੀ ਮੈਂ ਤੁਹਾਨੂੰ ਹਦਾਇਤ ਦਿੰਦਾ ਆ ਕਿ ਚੇਤਾ ਰੱਖਣਾ, ਧਿਆਨ ਰੱਖਣਾ। ਮੈਲੀਆਂ ਮੂਲ ਨਾ ਹੋਇਓ ਜੇ, ਜੀਵਨ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਜਿਹੜਾ ਇਹ ਜੀਵਨ ਦਾਤੇ ਨੇ ਅੰਮ੍ਰਿਤ ਦਿੱਤਾ ਹੋਇਆ ਭਾਈ, ਇਹਨੂੰ ਜ਼ਹਿਰ ਦੇ ਫੱਕੇ ਨਾ ਮਾਰੋ। ਅਤੇ ਮਹਾਰਾਜ ਕਹਿੰਦੇ ਨੇ ਕਿ ਪਹਿਲਾਂ ਜਿਹੜਾ ਸੰਸਾਰ ਇਹ ਜ਼ਹਿਰ ਦਾ ਰੂਪ ਲੱਗਦਾ ਸੀ, ਇਹੋ ਵਿਸ ਸੰਸਾਰ ਤੁਮ ਦੇਖਦੇ। ਉਹ ਕਿਉਂ ਲੱਗਦਾ ਸੀ ਜ਼ਹਿਰ ਦਾ ਰੂਪ? ਉਹ ਕਿਉਂਕਿ ਦੁਬਦਾ ਸੀਗੀ, ਉਹਦੇ ਵਿੱਚ ਤਾਤ ਪਰਾਈ ਸੀਗੀ, ਉਹਦੇ ਵਿੱਚ ਤੇਰਾ ਮੇਰਾ ਸੀਗਾ, ਵੈਰੀ ਸੀਗਾ, ਬੇਗਾਨਾ ਸੀਗਾ, ਮਿੱਤਰ ਸੀਗਾ, ਦੁਸ਼ਮਣ ਸੀਗਾ, ਕਾਲਾ ਸੀਗਾ, ਗੋਰਾ ਸੀਗਾ, ਬਹੁਤ ਕੁਛ ਸੀਗਾ, ਜੱਜਮੈਂਟ ਸੀਗੀ ਉਹਦੇ ਵਿੱਚ। ਉਹ ਤਾਂ ਕਰਕੇ ਜ਼ਹਿਰ ਦਾ ਰੂਪ ਲੱਗਦਾ ਸੀ। ਪਰ ਮਹਾਰਾਜ ਕਹਿੰਦੇ ਨੇ ਕਿ ਇਹੋ ਵਿਸ਼ ਸੰਸਾਰ ਤੁਮ ਦੇਖਦੇ। ਇਹ ਤੇਰੀ ਪ੍ਰੋਬਲਮ ਤੀ ਭਾਈ। ਗੁਰੂ ਨੇ ਨਹੀਂ ਬਣਾਇਆ ਸੰਸਾਰ ਜ਼ਹਿਰੀਲਾ, ਇਹ ਸੰਸਾਰ ਬਹੁਤ ਖੂਬਸੂਰਤ ਬਣਾਇਆ ਪਰਮਾਤਮਾ ਨੇ। ਇਹੋ ਵਿਸ਼ ਸੰਸਾਰ ਤੁਮ ਦੇਖਦੇ। ਤੂੰ ਦੇਖਣ ਦਾ ਤੇਰਾ ਤਰੀਕਾ ਠੀਕ ਨਹੀਂ ਸੀ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਦੇਖ ਇਹ ਵਾਹਿਗੁਰੂ ਦਾ ਰੂਪ ਆ, ਇਹ ਪਰਮਾਤਮਾ ਦਾ ਰੂਪ ਆ, ਰੂਪ ਨਦਰੀ ਆਇਆ। ਪਰ ਕਦੋਂ ਆਇਆ? ਜਿਵੇਂ ਹੀ ਸਾਡੀ ਦੁਬਿਧਾ ਮਿਟ ਗਈ। ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਸ ਦੇ ਉੱਤੇ ਵਰਕ ਕਰੀਏ ਅਤੇ ਵਰਕ ਕਰਕੇ ਆਪਣੇ ਜੀਵਨ ਦੇ ਵਿੱਚ ਕੁਝ ਸੋਹਣਾਪਣ ਲੈ ਕੇ ਆਈਏ, ਸੁਹੱਪਣ ਲੈ ਕੇ ਆਈਏ, ਉਸ ਦਾਤੇ ਦਾ ਅੰਮ੍ਰਿਤ ਲੈ ਕੇ ਆਈਏ, ਉਸ ਦਾਤੇ ਦਾ ਜੀਵਨ ਲੈ ਕੇ ਆਈਏ, ਉਸ ਦਾਤੇ ਦੀ ਬੋਲੀ ਲੈ ਕੇ ਆਈਏ, ਉਸ ਦਾਤੇ ਦੀ ਜੀਵਨ ਜਾਂਚ ਲੈ ਕੇ ਆਈਏ, ਉਸ ਦਾਤੇ ਦੀ ਜੁਗਤ ਲੈ ਕੇ ਆਈਏ। ਗੁਰੂ ਮਹਾਰਾਜ ਕਿਰਪਾ ਕਰਨ ਜੀ। ਬੇਅੰਤ ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पाते अबर न तेरी पाते।